ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਪਿਛਲੇ ਦਿਨੀ ਕੈਨੇਡਾ ਤੋਂ ਬਹੁਤ ਸਾਰੇ ਸਟੂਡੈਂਟਸ ਨੂੰ ਰਿਫਿਊਜ਼ਲ ਵੀ ਮਿਲੇ। ਸੋ ਰਿਫਿਊਜ਼ਲ ਵਾਲੇ ਸਟੂਡੈਂਟਸ ਨਿਰਾਸ਼ ਨਾ ਹੋਣ, ਕਿਉਂਕਿ ਰੀਫਾਈਲਿੰਗ ਦੇ ਰਿਜ਼ਲਟ ਜਿਹੜੇ ਨੇ ਕੈਨੇਡਾ ਦੇ ਉਹ ਬਹੁਤ ਵਧੀਆ ਆ ਰਹੇ ਨੇ। ਰੀਫਾਈਲਿੰਗ 'ਚ ਬਹੁਤ ਸਾਰੇ ਸਟੂਡੈਂਟਸ ਨੂੰ ਦੁਬਾਰਾ ਵੀਜ਼ਾ ਮਿਲੇ। ਸੋ ਜਿਹੜੇ ਸਟੂਡੈਂਟਸ ਨੇ ਰੀਫਾਈਲਿੰਗ ਕਰਨੀ ਹੈ, ਰੀਸੈਂਟਲੀ ਕੈਨੇਡਾ ਤੋਂ ਰਿਫਿਊਜ਼ਡ ਨੇ, ਉਹ ਦੁਬਾਰਾ ਫਾਈਲ ਲਗਾਉਣ ਲੱਗੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ, ਅੱਜ ਦਾ ਸ਼ੋਅ ਇਸ ਤੇ ਫੋਕਸ ਰੱਖਾਂਗੇ। ਤੇ ਸਾਡੇ ਨਾਲ ਅੱਜ ਐਜ਼ ਅ ਗੈਸਟ ਮੌਜੂਦ ਨੇ ਵੀਜ਼ਾ ਆਫਿਸ ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਸਿੰਘ ਵਾਲ, ਜਿਨ੍ਹਾਂ ਨੇ ਇਸ ਦੌਰ ਦੇ ਦੌਰਾਨ ਕਈ ਸਾਰੀਆਂ ਰੀਫਾਈਲਿੰਗ ਕੀਤੀਆਂ। ਇਹਨਾਂ ਦੇ ਰੀਫਾਈਲਿੰਗ ਦੇ ਐਕਸਪੀਰੀਅੰਸ ਵੀ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੈਲਕਮ ਹੈ ਜੀ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੀ ਸਾਰੀ ਆਡੀਅנס ਨੂੰ ਸਤਿ ਸ੍ਰੀ ਅਕਾਲ ਜੀ। ਸੋ ਰਣਜੀਤ ਜੀ, ਆਪਣੇ ਐਕਸਪੀਰੀਅੰਸ ਦੇ ਬੇਸ ਤੋਂ ਜੇ ਤੁਸੀਂ ਵਿਦ ਐਗਜ਼ਾਮਪਲ ਗੱਲਾਂ ਦੱਸ ਸਕੋ, ਪਿਛਲੇ ਦੌਰ ਦੇ ਰੀਸੈਂਟਲੀ ਜਿਹੜੀਆਂ ਰਿਫਿਊਜ਼ਲਸ ਆਈਆਂ ਕੈਨੇਡਾ ਤੋਂ, ਉਸ ਤੋਂ ਬਾਅਦ ਰੀਫਾਈਲਿੰਗ ਦੇ ਕੇਸ ਤੁਹਾਡੇ ਕੋਲ ਆਏ, ਕਿੱਦਾਂ ਦੇ ਰੀਜ਼ਨ ਸੀਗੇ ਰਿਫਿਊਜ਼ਲਸ ਦੇ? ਇੱਕ ਤਾਂ ਇਹਦੇ ਤੇ ਮੈਂ ਗੱਲ ਕਰਨਾ ਚਾਹੂੰਗਾ, ਤੇ ਦੁਬਾਰਾ ਜਦੋਂ ਤੁਸੀਂ ਫਾਈਲ ਲਗਾਈ ਉਹਨਾਂ ਦੇ ਵੀਜ਼ੇ ਕਿੰਨੀ ਕੁ ਦੇਰ 'ਚ ਆਏ, ਕਿੱਦਾਂ ਦੇ ਅਪਰੂਵਲ ਨੇ, ਕਿੱਦਾਂ ਦਾ ਟ੍ਰੈਂਡ ਸੀ? ਦੀਪਕ ਜੀ, ਨੋ ਡਾਊਟ ਆਪਾਂ ਨੂੰ ਪਤਾ ਹੈ ਕਿ ਰਿਜੈਕਸ਼ਨ ਰੇਸ਼ੋ ਜਿਹੜੀ ਸੀਗੀ ਕਾਫੀ ਇਨਕਰੀਜ਼ ਹੋਈ ਸੀ, ਖਾਸ ਕਰ ਸ਼ੁਰੂ ਜਦੋਂ ਰਿਜ਼ਲਟ ਸਟਾਰਟ ਹੋਏ ਸੀਗੇ ਜਨਵਰੀ ਇਨਟੇਕ ਦੇ। ਹੁਣ ਤਾਂ ਚਲੋ ਫਿਰ ਵੀ ਠੀਕ ਠਾਕ ਰਿਜ਼ਲਟ ਪੋਜ਼ਿਟਿਵ ਆ ਰਹੇ ਨੇ। ਉਸ ਸਟੇਜ ਦੇ ਵਿੱਚ ਜਿਨ੍ਹਾਂ ਬੱਚਿਆਂ ਦੇ ਰਿਜੈਕਸ਼ਨ ਸਟਾਰਟਿੰਗ 'ਚ ਆ ਗਈ ਸੀ, ਅਕਤੂਬਰ ਦੇ ਆਸ-ਪਾਸ ਕਾਫੀ ਰਿਜੈਕਸ਼ਨ ਆਈਆਂ, ਤਾਂ ਉਹ ਬੱਚਿਆਂ ਨੇ ਰੀਲੌਂਚ ਕਰਨੀ ਸੀ ਫਾਈਲ। ਸਾਡੇ ਕੋਲ ਕਾਫੀ ਬੱਚੇ ਰੀਲੌਂਚਮੈਂਟ ਲਈ ਆਉਂਦੇ ਸੀਗੇ, ਬਟ ਅਸੀਂ ਇਹ ਵੀ ਸੱਚਾਈ ਹੈ ਕਿ ਹਰ ਕਿਸੇ ਨੂੰ ਰੀਲੌਂਚ ਵਾਲੀ ਫਾਈਲ ਦੇ ਵਿੱਚ ਪ੍ਰੋਸੈਸ 'ਚ ਨਹੀਂ ਪਾਇਆ। ਅਸੀਂ ਕੁਝ ਬੱਚਿਆਂ ਨੂੰ ਕਿਹਾ ਕਿ ਤੁਸੀਂ ਆਪਣਾ ਆਇਲਸ ਇੰਪਰੂਵ ਕਰੋ, ਉਹਨਾਂ ਨੂੰ ਆਇਲਸ ਇੰਪਰੂਵ ਕਰਨ ਤੇ ਲਾਇਆ, ਉਹਨਾਂ ਦੀ ਫਾਈਲਾਂ ਜੇ ਲੱਗਣੀਆਂ ਨੇ, ਉਹ ਮਈ ਵਾਸਤੇ ਡੈਫਰ ਹੋਏ ਨੇ। ਜਨਵਰੀ 'ਚ ਉਸੇ ਬੱਚੇ ਦੀ ਫਾਈਲ ਦੁਬਾਰਾ ਲਗਾਈ, ਜਿਸ ਤੋਂ ਸਾਨੂੰ ਵੀ ਕੌਨਫੀਡੈਂਸ ਸੀਗਾ ਕਿ ਬੱਚੇ ਦਾ ਰਿਫਿਊਜ਼ਲ ਨਹੀਂ ਆਉਣਾ ਸੀਗਾ। ਇਹ ਬਸ ਟ੍ਰੈਂਡ ਦੇ ਵਿੱਚ ਕਿਤੇ ਨਾ ਕਿਤੇ ਬੱਚੇ ਨਾਲ ਨਜਾਇਜ਼ ਹੋ ਗਿਆ, ਉਹਦਾ ਰਿਫਿਊਜ਼ਲ ਆ ਗਿਆ। ਉਹ ਕਿਹੜੇ ਪ੍ਰੋਫਾਈਲ ਸੀਗੇ? ਉਹ ਪ੍ਰੋਫਾਈਲ ਸੀਗੇ ਜਿਹਦਾ ਕੋਈ ਜ਼ਿਆਦਾ ਗੈਪ ਨਹੀਂ ਹੈਗਾ ਸੀਗਾ, ਜੇ ਸੀਗਾ ਤਾਂ ਜਸਟੀਫਿਕੇਸ਼ਨ ਸੀਗੀ। ਆਇਲਸ 'ਚੋਂ ਵਧੀਆ ਬੈਂਡ ਸੀਗੇ, 6 ਈਚ ਜਾਂ ਇਸ ਤੋਂ ਉੱਪਰ ਦਾ ਸਕੋਰ ਸੀ। ਈਵਨ ਸਾਡੇ ਕੋਲ ਕੇਸ ਆਇਆ ਸੀਗਾ ਦੀਪਕ ਜੀ 7 ਬੈਂਡ ਲੱਗੇ ਸੀਗੇ। ਜੌਬ ਕਰ ਰਿਹਾ ਸੀ ਬੰਦਾ 4-5 ਸਾਲ ਤੋਂ, ਗ੍ਰੈਜੂਏਸ਼ਨ ਤੋਂ ਬਾਅਦ ਰਿਫਿਊਜ਼ਲ ਆਈ ਸੀ, ਉਹਨੂੰ ਵੀ ਰੀਲੌਂਚਮੈਂਟ 'ਚ ਪਾਇਆ ਤੇ ਉਹਦਾ ਰਿਜ਼ਲਟ ਵੀ ਆਇਆ। ਮਤਲਬ ਜਿੱਥੇ ਆਪਾਂ ਨੂੰ ਲੱਗਦਾ ਕਿ ਕੌਨਫੀਡੈਂਸ ਪੂਰਾ ਹੈ ਕਿ ਸਿਰਫ ਐਸਓਪੀ ਚੇਂਜ ਕਰਕੇ ਵੀਜ਼ਾ ਲਿਆ ਸਕਦਾ, ਉਹਨਾਂ ਨੂੰ ਆਪਾਂ ਕੁਇਕ ਰੀਲੌਂਚਮੈਂਟ ਦੇ ਵਿੱਚ ਪਾਇਆ। ਕਿਉਂਕਿ ਇਦਾਂ ਨਹੀਂ ਹੈਗਾ ਕਿ ਤੁਸੀਂ ਜਿਹੜਾ ਕੋਈ ਕੇਸ ਆਉਂਦਾ ਉਹਨੂੰ ਕਹੋਗੇ ਰੀਅਪਲਾਈ ਕਰ ਤੇਰਾ ਵੀਜ਼ਾ ਆ ਜਾਏਗਾ। ਨਹੀਂ, ਜੇ ਮੇਰੇ ਕੋਲ ਕੋਈ ਕੇਸ ਆਇਆ ਜਿਹੜਾ 105 ਸੀਗਾ, ਮੈਨੂੰ ਕਿਹਾ ਕਿ ਅਜੇ 105 ਲਈ ਰੀਲੌਂਚ ਕਰਨ ਦਾ ਸਹੀ ਟਾਈਮ ਨਹੀਂ ਹੈਗਾ, ਰੀਲੌਂਚ ਕਰਾਂਗੇ ਆਪਾਂ 6 ਈਚ ਕਰੋ ਇਸ ਨੂੰ, ਜਾਂ ਪੀਟੀ ਕਰੋ ਜਾਂ 6 ਈਚ ਕਰਕੇ ਆਪਾਂ ਫਿਰ ਰੀਲੌਂਚ ਕਰਾਂਗੇ। ਉਹ ਬੱਚਿਆਂ ਨੂੰ ਆਇਲਸ ਦੇ ਪੇਪਰ ਬੁੱਕ ਕੀਤੇ ਹੋਏ ਨੇ, ਕਈਆਂ ਦੇ ਪੇਪਰ ਹੋ ਗਏ ਆ, ਰਿਜ਼ਲਟ ਆਉਣ ਵਾਲੇ, 1-2 ਬੱਚਿਆਂ ਦੇ 6 ਈਚ ਆ ਵੀ ਗਏ। ਮਈ ਦੀਆਂ ਫਾਈਲਾਂ ਲਾਂਚ ਹੋਣਗੀਆਂ ਉਹ ਜਨਵਰੀ ਦੇ ਵਿੱਚ। ਹੁਣ ਜਿਹੜਾ ਸਵਾਲ ਹੈ ਕਿ ਜੇ ਆਪਾਂ ਰੀਲੌਂਚਮੈਂਟ ਕਰ ਰਹੇ ਹਾਂ ਐਲੀਜੀਬਲ ਪ੍ਰੋਫਾਈਲ ਦੇ ਉੱਪਰ, ਸਾਰੇ ਨਹੀਂ, ਐਲੀਜੀਬਲ ਪ੍ਰੋਫਾਈਲ ਜਿਹੜਾ ਪੋਜ਼ਿਟਿਵ ਸੀਗਾ, ਕਿਸੇ ਕਾਰਨ ਰਿਫਿਊਜ਼ਲ ਆ ਗਿਆ, ਐਸਓਪੀ ਚੇਂਜ ਕਰਕੇ ਵਧੀਆ ਬਣਾ ਕੇ ਜਿਹੜੇ ਰੀਲੌਂਚ ਕਰ ਰਹੇ ਆ, ਉਹਨਾਂ ਦਾ ਰਿਜ਼ਲਟ ਦਾ ਪ੍ਰੋਸੈਸਿੰਗ ਟਾਈਮ ਕੀ ਹੈ? ਦੇਖੋ, ਪੋਜ਼ਿਟਿਵ ਨਿਊਜ਼ ਕੀ ਰਹੀ ਹੈ ਕਿ ਜਿਹੜੀਆਂ ਕੁਝ ਫਾਈਲਾਂ ਨਵੰਬਰ 'ਚ ਵੀ ਲੱਗ ਰਹੀਆਂ ਸੀਗੀਆਂ, ਹਾਲਾਂਕਿ IRCC ਨੇ ਜਦੋਂ ਕੋਈ ਫਾਈਲਾਂ ਲੱਗੀਆਂ ਸੀ ਉਦੋਂ ਅਨਾਊਂਸਮੈਂਟ ਵੀ ਆ ਗਈ ਸੀ ਕਿ ਨਵੰਬਰ ਵਾਲੇ ਦੇ ਰਿਜ਼ਲਟ ਲੇਟ ਹੋਣਗੇ, ਬਟ ਸਟਿਲ ਨਵੀਆਂ ਪ੍ਰੋਸੈਸਿੰਗ ਜਿਹੜੀਆਂ ਫਾਈਲ ਲੱਗੀਆਂ ਨੇ ਉਹਨਾਂ ਦੇ ਰਿਜ਼ਲਟ ਪੋਜ਼ਿਟਿਵ ਆ ਰਹੇ ਨੇ। ਦੇਖੋ, ਸਾਰਿਆਂ ਦੇ ਮੈਂ ਨਹੀਂ ਕਹਿਣਾ ਕਿ ਅਗਰ 20 ਫਾਈਲਾਂ ਰੀਲੌਂਚ ਲੱਗੇ ਤੇ 20 ਦੇ 20 ਵੀਜ਼ਾ ਆ ਗਏ, ਬਟ ਯੈਸ, ਜੇ ਅਸੀਂ ਫਿਲਟਰ ਕਰਕੇ 20 ਫਾਈਲਾਂ ਲਾਈਆਂ ਤੇ ਉਹਦੇ 'ਚੋਂ ਵਧੀਆ ਅੱਛੀ ਖਾਸੀ ਰੇਸ਼ੋ ਦੇ ਵਿੱਚ ਜਿਹੜੇ ਵੀਜ਼ਾ ਨਿਕਲੇ ਨੇ। ਕੁਝ ਰਿਜ਼ਲਟ ਅਜੇ ਪੈਂਡਿੰਗ ਆ, ਸੋ ਐਗਜ਼ੈਕਟ ਦੱਸਣਾ ਜੇ ਔਖਾ ਹੈ, ਬਟ ਸਟਿਲ ਵੀਜ਼ਾਜ਼ ਆਉਂਦੇ ਆ। ਹਾਂ ਦੇਖੋ, ਰੀਫਾਈਲਿੰਗ ਵੇਲੇ ਪਹਿਲਾਂ ਤਾਂ ਅਸੀਂ ਐਸਓਪੀ ਤੇ ਬਹੁਤ ਮਿਹਨਤ ਕਰ ਰਹੇ ਹਾਂ, ਪੁਰਾਣੇ ਜਿਹੜੇ ਰਿਜੈਕਸ਼ਨ ਨੇ ਉਹਨੂੰ ਪੜ੍ਹ ਰਹੇ ਹਾਂ ਚੰਗੀ ਤਰ੍ਹਾਂ। ਜੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਰਸ ਰੈਲੀਵੈਂਸੀ ਨੂੰ ਲੈ ਕੇ ਕੋਈ ਰਿਜੈਕਸ਼ਨ ਨਹੀਂ ਹੈ, ਕਿਉਂਕਿ ਜੇ ਤੇ ਦੇਖੋ ਕੋਰਸ ਰੈਲੀਵੈਂਟ ਹੈ, ਉਹਨੂੰ ਆਪਾਂ ਉਸੇ ਵੇਲੇ ਰੀਲੌਂਚ ਨਹੀਂ ਕਰ ਸਕਦੇ, ਉਹਦਾ ਕੋਰਸ ਚੇਂਜ ਹੋਣਾ ਹੈ, ਨਵੇਂ ਕੋਰਸ ਦੀ ਐਡਮਿਸ਼ਨ ਹੋਏਗੀ, ਨਵਾਂ ਆਫਰ ਆਏਗਾ, ਉਹ ਲੰਬੇ ਪ੍ਰੋਸੈਸਿੰਗ 'ਚ ਪਾਏ ਅਸੀਂ, ਉਹ ਮਈ ਇਨਟੇਕ ਵਾਸਤੇ ਪ੍ਰੋਸੈਸਿੰਗ 'ਚ ਨੇ। ਜਨਵਰੀ 'ਚ ਜਿਹਦਾ ਆਫਰ ਲੈਟਰ ਸਭ ਕੁਝ ਠੀਕ ਸੀਗਾ, ਕੋਰਸ ਵੀ ਸਹੀ ਸੀਗਾ, ਆਇਲਸ ਵੀ ਠੀਕ ਸੀ, ਸਭ ਕੁਝ ਸਹੀ ਸੀਗਾ, ਉਹਦੀ ਪਹਿਲਾਂ ਤੇ ਐਸਓਪੀ ਤੇ ਕੰਮ ਕੀਤਾ। ਮੇਨ ਦੇਖੋ ਇਹੀ ਕੰਮ ਕਰਨ ਵਾਲਾ ਹੁੰਦਾ, ਐਸਓਪੀ ਤੇ ਕੰਮ ਕਰ ਸਕਦੇ। ਦੂਜਾ, ਅੱਜ ਕੱਲ੍ਹ ਕੁਝ ਫਾਈਨੈਂਸ਼ੀਅਲ ਰੀਜ਼ਨ ਕਰਕੇ ਵੀ ਰਿਫਿਊਜ਼ਲ ਆ ਰਹੇ ਸੀਗੇ, ਚਾਹੇ STH ਫੰਡ ਨਹੀਂ ਚਾਹੀਦੇ ਹੁੰਦੇ, ਬਟ ਸਟਿਲ ਜਿਨ੍ਹਾਂ ਬੱਚਿਆਂ ਕੋਲ ਅਵੇਲੇਬਲ ਸੀਗੇ, ਕਈ ਬੱਚਿਆਂ ਨੇ ਇਨਕਮ ਸੋਰਸ ਨਹੀਂ ਲਗਾਇਆ ਸੀਗਾ, ਇਨਕਮ ਸੋਰਸ ਜ਼ਰੂਰ ਲਗਾਇਆ। ਜੇ ਕਿਸੇ ਕੋ 8-10 ਲੱਖ ਦੀ ਸੇਵਿੰਗ ਪਈ ਸੀਗੀ, ਉਹ ਵੀ ਵਿੱਚ ਐਡ ਆਨ ਕੀਤੀ। ਸੋ ਮੇਨ ਪੁਆਇੰਟ ਕੀ ਹੈ ਕਿ ਕਿਉਂਕਿ ਆਪਾਂ ਜਦੋਂ ਰੀਲੌਂਚ ਕਰ ਰਹੇ ਹਾਂ ਤੇ ਆਪਾਂ ਮੰਨ ਕੇ ਚੱਲ ਰਹੇ, ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਸਾਰੇ ਪ੍ਰੋਫਾਈਲ ਠੀਕ ਸੀਗੇ, ਉਹਨਾਂ ਦਾ ਰਿਫਿਊਜ਼ਲ ਨਹੀਂ ਆਉਣਾ ਸੀ। ਐਸਓਪੀ ਨਹੀਂ ਲੱਗੀ ਸੀ, ਐਸਓਪੀ ਚੰਗੀ ਨਹੀਂ ਲੱਗੀ ਸੀ, ਇਦਾਂ ਦੇ ਰੀਜ਼ਨ ਸੀਗੇ ਜੋ ਟ੍ਰੈਂਡ ਦੇ ਵਿੱਚ ਉਹ ਰਗੜੇ ਗਏ ਕਹਿ ਸਕਦੇ ਆ। ਤਾਂ ਉਹਨਾਂ ਨੇ ਪ੍ਰੂਵ ਕੀਤਾ, ਐਸਓਪੀ ਤੇ ਕੰਮ ਕੀਤਾ, ਪ੍ਰੋਪਰ ਵੇ ਨਾਲ ਦੇਖਿਆ,
ਮੈਚ ਬਣਾਇਆ, ਅਗਰ ਸਬਜੈਕਟ ਕਿਸੇ 'ਚੋਂ ਵੀਕ ਸੀਗਾ ਤਾਂ ਉਹਦਾ ਰੈਲੀਵੈਂਸੀ ਕਿੱਦਾਂ ਮੇਨ ਸਬਜੈਕਟ ਦੇ ਨਾਲ ਬਣਾਉਣੀ ਉਹਨੂੰ ਹਾਈਲਾਈਟ ਕੀਤਾ। ਮਤਲਬ ਕਿ ਐਸਓਪੀ ਦਾ ਜਦੋਂ ਆਪਾਂ ਓਵਰਵਿਊ ਦੇਖਦੇ ਆ ਨਾ ਤਾਂ ਉਹ ਦੇਖ ਕੇ ਤੁਹਾਨੂੰ ਪੋਜ਼ਿਟਿਵਿਟੀ ਆਣੀ ਚਾਹੀਦੀ, ਚਾਹੇ ਉਹ 'ਚ 2-4 ਤੁਹਾਡੇ ਨੈਗੇਟਿਵ ਪੁਆਇੰਟ ਵੀ ਦਿਖ ਰਹੇ ਆ ਕਿ ਇਹ ਬੱਚੇ ਦਾ ਮੈਥ ਵੀਕ ਸੀਗਾ, ਇਹ ਬੱਚੇ ਦਾ ਆਹ ਸਬਜੈਕਟ ਵੀਕ ਸੀਗਾ, ਤਾਂ ਉਹਨੂੰ ਹਾਈਲਾਈਟ ਨਹੀਂ ਕਰਨਾ, ਹਾਈਲਾਈਟ ਪੋਜ਼ਿਟਿਵਿਟੀ ਨੂੰ ਕਰਨਾ ਕਿ ਆਹ ਚੀਜ਼ ਮੇਰੀ ਪੋਜ਼ਿਟਿਵ ਸੀ, ਇਸ ਲਈ ਮੈਂ ਹੁਣ ਆਹ ਫੀਲਡ ਦੇ ਵਿੱਚ ਅੱਗੇ ਸਟੱਡੀ ਕਰ ਰਿਹਾ। ਐਸਓਪੀ ਦੇ ਦੀਪਕ ਜੀ ਬਹੁਤ ਵਧੀਆ ਰੋਲ ਪਲੇ ਕੀਤਾ, ਕਿਉਂਕਿ ਅਸੀਂ 1 ਚੋਂ 5.5 ਵਾਲਿਆਂ ਨੂੰ ਰੀਲੋਜਮੈਂਟ 'ਚ ਅਜੇ ਨਹੀਂ ਪਾਇਆ, ਉਹਨਾਂ ਨੂੰ ਅਸੀਂ ਮਈ ਵਾਸਤੇ ਡੈਫਰ ਕੀਤਾ ਹੈ। ਨਾਲ ਦੀ ਨਾਲ ਉਹਨਾਂ ਬੱਚਿਆਂ ਨੂੰ ਕਿਹਾ ਹੈ ਕਿ ਤੁਸੀਂ ਆਪਣਾ ਆਇਲਸ ਜਿਹੜਾ ਉਹ ਇੰਪਰੂਵ ਕਰੋ, ਆਇਲਸ ਇੰਪਰੂਵ ਹੋਏਗਾ ਤੇ ਫਾਈਲ ਲੱਗੂਗੀ ਤੇ ਵੀਜ਼ਾ ਦੇ ਚਾਂਸਿਸ ਅੱਛੇ ਖਾਸੇ ਜਿਹੜੇ ਉਹ ਬਣ ਜਾਂਦੇ ਆ। ਸੋ ਸਟੂਡੈਂਟਸ, ਜੇ ਤੁਸੀਂ ਵੀ ਚਾਹੁੰਦੇ ਹੋ ਰੀਫਾਈਲਿੰਗ ਕਰਨਾ ਤੇ ਤੁਸੀਂ ਹਜੇ ਸੋਚ ਰਹੇ ਹੋ ਕਿਸ ਟਾਈਮ ਤੇ ਕੀਤੀ ਜਾਵੇ, ਕਿਹੜੇ ਚੇਂਜਸ ਨਾਲ ਕੀਤੀ ਜਾਵੇ, ਤਾਂ ਇੱਕ ਵਾਰ ਤੁਸੀਂ 90410 90410 ਤੇ ਕਾਲ ਕਰਕੇ ਅਸੈਸਮੈਂਟ ਜ਼ਰੂਰ ਕਰਾ ਸਕਦੇ ਹੋ। ਧੰਨਵਾਦ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।